ਉੱਦਾਂ ਕਹਿੰਦੇ ਸੀ ਇੱਕ ਹੋ ਜੋ, ਉਦੋਂ ਦਾ ਇੱਕ ਹੋ ਜੋ, ਇੱਕ ਇਹ ਹੁੰਦੇ ਫਿਰ ਇੱਕ ਕਿਉਂ ਨਹੀਂ? ਇਹਨਾਂ ਦੇ ਕਿਹੜਾ ਡੰਡਾ ਫਸਿਆ ਕਿ ਇੱਕ ਨਹੀਂ ਹੁੰਦੇ? ਜਦੋਂ ਹਟਦੇ ਨਹੀਂ ਇਹ ਵੀ ਕਾਲੀ ਮਾੜਿਆ ਕਾਂਗਰਸ ਮਾੜਿਆ ਪਰਚੇ ਪਾਉਣਗੇ, ਤੂੰ ਦੇਖਦਾ ਜਾ। ਇਹ ਸੀਰੀਅਸ ਲੜਾਈ ਲੜ ਰਹੇ ਆ। ਅਜੇ ਮੈਂ ਬਾਈ ਬੈਠਾ ਪਾਤਾ ਪਰਚੇ ਤੇ 2 ਸਾਲ ਨਹੀਂ ਕੈਨੇਡਾ ਜਾ ਸਕਦਾ। ਅੰਦਰੋਂ ਲੜ ਰਹੇ ਬੰਦੇ ਇਹ। ਕੱਲ ਨੂੰ ਪਤਾ ਨਹੀਂ ਗਾ, ਐਂ ਤਾਂ ਕਲਾਕਾਰਾਂ ਦਾ ਪਤਾ ਵੀ ਨਹੀਂ ਹੁੰਦਾ ਬਦਲ ਜਾਣਾ। ਤਾਂ ਸਭ ਤੋਂ ਪਹਿਲਾਂ ਲੜਾਈ ਇਹ ਸਾਡੀ ਜ਼ਮੀਨ ਦੀ, ਇਹ ਬਿੱਲਾਂ ਦੇ ਵਿਰੋਧ ਦੀ ਹੈ। ਬਿੱਲ ਵਾਪਸ ਕਰਾਉਣੀ ਹੈ ਕਿਉਂਕਿ ਸਾਡੀ ਅੱਜ ਹੋਂਦ ਦੀ ਜ਼ਮੀਨ ਦੀ ਮਿੱਟੀ ਦੀ ਗੱਲ ਹੈ। ਹੁਣ ਸਾਨੂੰ ਤਾਂ ਅਕਾਲੀ ਵੀ ਸਾਧੇ ਸੀ, ਕਾਂਗਰਸੀ ਵੀ ਸਾਧੇ ਸੀ, ਬੀਜੇਪੀ ਵਾਲੇ ਵੀ ਸਾਧੇ ਸੀ, ਆਮ ਆਦਮੀ। ਹੁਣ ਉਹਨਾਂ ਨੇ ਤਾਂ ਸਾਡਾ ਬਾਈਕਾਟ ਹੋਇਆ ਹੀ। ਲਓ ਫਿਰ ਸਾਨੂੰ ਕੌਣ ਸੱਦੂਗਾ? ਝੂਠੀਆਂ ਮੁੱਠੀਆਂ ਡਾਂਗਾਂ ਵੀ ਖਾ ਲਈਆਂ ਅਕਾਲੀਆਂ ਨੇ, ਠੀਕ ਹੈ ਨਾ। ਤੁਸੀਂ ਮਹਿਲਾਂ 'ਚੋਂ ਤੁਸੀਂ ਬਾਹਰ ਨਹੀਂ ਨਿਕਲਦੇ। ਜੇ ਨਿਕਲੇ ਹੋ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਸੋਫੇ ਵਾਲਾ ਟਰੈਕਟਰ। ਐਮਰਜੈਂਸੀ ਲਾਤੀ, ਇੱਥੇ ਫੌਜ ਆ ਗਈ, ਸਭ ਕੁਝ ਭੰਗ ਕਰਤਾ। ਸਾਡਾ ਤਾਂ ਮੋਰਚਾ ਫੇਲ ਹੈ। ਜੇ ਇਹ ਲੜਾਈ ਹਾਰ ਗਏ ਫਿਰ ਮਰ ਗਏ, ਫਿਰ ਔਖਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਅੱਜ ਦੂਸਰੀ ਮੀਟਿੰਗ ਹੋਈ ਆ ਕਲਾਕਾਰਾਂ ਦੀ ਤੇ ਕਿਸਾਨ ਜਥੇਬੰਦੀਆਂ ਦੀ। ਇਸ ਮੀਟਿੰਗ ਦੇ ਵਿੱਚ ਕੀ ਖਾਸ ਰਿਹਾ, ਕੀ ਗੱਲਾਂ ਹੋਈਆਂ ਜਾਂ ਆਉਣ ਵਾਲੀਆਂ ਕੀ ਗਤੀਵਿਧੀਆਂ ਰਹਿਣ ਵਾਲੀਆਂ ਗਈਆਂ ਕਲਾਕਾਰਾਂ ਦੇ ਪੱਖ ਤੋਂ। ਸਾਡੇ ਨਾਲ ਮੌਜੂਦ ਨੇ ਜਗਦੀਪ ਰੰਧਾਵਾ ਤੇ ਬਾਈ ਗਾਲਬ ਬੜੈਂਚ। ਬਾਈ ਜੀ ਸਵਾਗਤ ਆ ਦੋਨਾਂ ਭਰਾਵਾਂ ਦਾ। ਹਾਂਜੀ ਬਾਈ, ਤੁਹਾਡਾ ਵੀ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗਾਲਬ ਬਾਈ ਤੋਂ ਸ਼ੁਰੂ ਕਰਾਂਗੇ ਪਹਿਲਾਂ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਕਿਹਾ ਵੀ ਹੋਰ ਤਿੱਖਾ ਹੋਣ ਵਾਲਾ ਗਾ। ਬੀਜੇਪੀ ਦੇ ਜਿਹੜੇ ਆਗੂ ਆ ਉਹਨਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਲੱਗਣਗੇ। ਜੇ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਫਿਰ ਕਾਂਗਰਸ ਦੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਵੀ ਧਰਨੇ ਲੱਗਣਗੇ। ਕਿਵੇਂ ਦੇਖਦੇ ਹੋ ਸਾਰੀ ਤਸਵੀਰ ਨੂੰ? ਦੇਖੋ, ਜੇ ਆਪਾਂ ਇਹ ਸੰਘਰਸ਼ ਕਿਹਦੇ ਲੜ ਰਹੇ ਹਾਂ? ਕਿਸਾਨੀ ਲਈ। ਪੰਜਾਬ ਨਿਰਭਰ ਹੈ ਕਿਸਾਨੀ ਤੇ। ਇਹ ਪਾਰਟੀਆਂ ਵਾਲੇ ਉੱਦਾਂ ਤਾਂ ਇਹਨਾਂ ਦੇ ਆਪਸ 'ਚ ਰਿਸ਼ਤੇ ਵੀ ਕਰਦੇ ਆ, ਇਹ ਲਿਫਾਫੇ ਵੀ ਫੜਦੇ ਆ ਸ਼ਗਨ ਦੇ ਸਾਰੇ। ਉੱਦਾਂ ਕਹਿੰਦੇ ਸੀ ਇੱਕ ਹੋ ਜੋ, ਉਦੋਂ ਦਾ ਇੱਕ ਹੋ ਜੋ, ਇੱਕ ਇਹ ਹੁੰਦੇ ਫਿਰ ਇੱਕ ਕਿਉਂ ਨਹੀਂ? ਇਹਨਾਂ ਦੇ ਕਿਹੜਾ ਡੰਡਾ ਫਸਿਆ ਕਿ ਇੱਕ ਨਹੀਂ ਹੁੰਦੇ? ਕਿਉਂਕਿ ਇਹ ਦੇਖਦੇ ਆ ਬਾਈ ਲਈ ਆਪਦੀਆਂ ਵੋਟਾਂ ਇਕੱਠੀਆਂ ਸ਼ਕਤੀ ਪ੍ਰਦਰਸ਼ਨ ਕਰਨ ਲੱਗੇ ਆ। ਹਾਲੇ ਤਾਂ ਦੂਰ ਆ ਬਾਈ। ਮਸਲਾ ਕਿਸਾਨੀ ਦਾ। ਤੁਸੀਂ ਚੱਕ ਕੇ ਰਾਹੁਲ ਇੱਥੇ ਵਾੜ ਲਿਆ ਪੰਜਾਬ। ਉਹ ਤੁਸੀਂ ਉਹ ਤੋਂ ਝੂਠੀਆਂ ਮੁੱਠੀਆਂ ਡਾਂਗਾਂ ਵੀ ਖਾ ਲਈਆਂ ਅਕਾਲੀਆਂ ਨੇ, ਠੀਕ ਹੈ ਨਾ। ਤੁਸੀਂ ਮਹਿਲਾਂ 'ਚੋਂ ਤੁਸੀਂ ਬਾਹਰ ਨਹੀਂ ਨਿਕਲਦੇ। ਜੇ ਨਿਕਲੇ ਹੋ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਸੋਫੇ ਵਾਲਾ ਟਰੈਕਟਰ ਹੈ। ਸਾਡਾ ਤਾਂ ਜੀ ਮਤਲਬ ਇੰਨੇ 4 ਪੀੜ੍ਹੀਆਂ ਹੋ ਗਈਆਂ ਖੇਤੀ ਕਰਦੇ। ਅੱਜ ਤੱਕ ਜਿਹੜੀ ਮੇਨ ਸੀਟ ਆ ਉਹ ਵੀ ਚੱਜ ਦੀ ਨਹੀਂ ਦੇਖੀ ਸੀ। ਉਹ ਇੱਕ ਸੀਜ਼ਨ ਬਾਅਦ ਉਹ ਮੁੜ ਕੇ ਉਹ ਵੀ ਐਂ ਕਰਦੀ ਰਹਿੰਦੀ ਡਗ ਹੈ ਨਾ। ਵੀ ਇਹਨਾਂ ਨੇ ਕਿਹਾ ਜੇ ਸਪੈਸ਼ਲ ਟਰੈਕਟਰ ਲੱਭ ਲਏ ਕਿਉਂਕਿ ਸਿਰਫ ਇਹਨਾਂ ਦਾ ਏਜੰਡਾ 2022। ਇਹਨਾਂ ਨੂੰ ਕੋਈ ਦਰਦ ਨਹੀਂ। ਜੇ ਇਹਨਾਂ ਨੂੰ ਦਰਦ ਹੁੰਦਾ ਆਹ ਮਸਲਾ ਇੱਥੇ ਤੱਕ ਆਉਂਦਾ ਹੀ ਨਹੀਂ ਸੀ। ਇਹ ਬਣਾਇਆ ਕਿਹਨੇ ਕਾਨੂੰਨ? ਮੰਤਰੀਆਂ ਲੀਡਰਾਂ ਨੇ। ਲੀਡਰ ਮੰਤਰੀ ਕੌਣ ਨੇ? ਸਾਡੇ ਚੋਣੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਵੋਟ ਖਰੀਦ ਕੇ ਮਜਬੂਰੀ ਦਾ ਫਾਇਦਾ ਉਠਾ ਕੇ। ਸਾਡਾ ਤਾਂ ਇਹ ਇੱਥੇ ਸਾਡੀ ਵੇਚ ਲੈਂਦੇ ਆ, ਖਰੀਦ ਲੈਂਦੇ ਆ। ਉੱਥੇ ਜਾ ਕੇ ਆਪਦੀ ਬੋਲੀ ਲਵਾਉਂਦੇ ਆ ਦਿੱਲੀ ਜਾ ਕੇ। ਫਿਰ ਜਿਹਦੀ ਬੋਲੀ ਵੱਧ ਲੱਗਦੀ ਆ ਕਰੋੜਾਂ 'ਚ, ਉਹ ਫਿਰ ਪੰਜਾਬ ਦੇ ਹਿੱਤ ਵੇਚ ਆਉਂਦਾ ਉੱਥੇ। ਤਾਂ ਇਹ ਤਾਂ ਇਹਨਾਂ ਦਾ ਸਭ ਡਰਾਮੇ ਆ। ਜਿੰਨੇ ਡਰਾਮੇ ਆ, ਇਹਨਾਂ ਤੋਂ ਲੋਕਾਂ ਨੂੰ ਹਟਣਾ ਪੈਣਾ। ਇਹਨਾਂ ਤੋਂ ਲੋਕ ਹਟਣਗੇ, ਇਹਨਾਂ ਦਾ ਖਹਿੜਾ ਛੱਡਣਗੇ, ਕਿਸਾਨ ਸੰਘਰਸ਼ ਜੁੜਨਗੇ। ਕਿਸਾਨ ਜਥੇਬੰਦੀਆਂ ਇਹ ਜਿਹੜੇ ਹੁਣ ਐਡਾ ਵੱਡਾ ਸੰਘਰਸ਼ ਹੈ, ਇਹ ਸੰਘਰਸ਼ਾਂ ਨੂੰ ਜੁੜਨਗੇ ਤਾਂ ਕੁਛ ਕਰ ਲਾਂਗੇ। ਜੇ ਇਹ ਲੜਾਈ ਹਾਰ ਗਏ ਫਿਰ ਮਰ ਗਏ, ਫਿਰ ਔਖਾ। ਜੀ। ਇੱਕ ਤੁਸੀਂ ਵੀ ਸਟੇਜਾਂ 'ਤੇ ਜਾ ਰਹੇ ਹੋ, ਕਿਸਾਨਾਂ ਦੇ ਨਾਲ ਖੜੇ ਹੋ, ਸਟੇਜਾਂ ਤੋਂ ਬੋਲਦੇ ਵੀ ਹੋ। ਪਰ ਜਿਹੜੀ ਇੱਕ ਆਪਾਂ ਗੱਲ ਕਰਦੇ ਹਾਂ ਵੀ ਗਰਮ ਪੱਖ ਦੀ ਗੱਲ ਹੁੰਦੀ ਆ ਜਾਂ ਹੋਰ ਪਾਸੇ ਲਿਆਉਣ ਦੀ ਗੱਲ ਹੁੰਦੀ ਆ, ਮੈਂ ਸਾਫ਼ ਸ਼ਬਦਾਂ 'ਚ ਕਹੂੰਗਾ ਵੀ ਖਾਲਿਸਤਾਨ ਦੀ ਜੇ ਗੱਲ ਹੁੰਦੀ ਹੈ ਜਾਂ ਕਹਿ ਦਿੰਦੇ ਵੀ ਪੰਜਾਬ ਨੂੰ ਹੋਰ ਪਾਸੇ ਨੂੰ ਲਿਜਾਇਆ ਜਾ ਰਿਹਾ ਹੈਗਾ, ਉਸ ਪੱਖ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਟੇਜ ਦੇ ਉੱਤੇ ਕਈ ਵਾਰੀ ਜੋਸ਼ ਦੇ ਵਿੱਚ ਪਤਾ ਨਹੀਂ ਲੱਗਦਾ। ਕਈ ਵਾਰੀ ਜਿਹੜਾ ਨੌਜਵਾਨ ਆ, ਖਾਸ ਕਰਕੇ ਜਿਹੜੇ ਗਾਇਕ ਵੀ ਜ਼ਿਆਦਾ ਛੋਟੀ ਉਮਰ ਦੇ ਨੇ, ਜੋਸ਼ ਦੇ ਵਿੱਚ ਹੋਸ਼ ਖੋ ਬੈਂਦੇ ਆ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਤੁਹਾਨੂੰ ਬਾਹਰਲੇ ਲੋਕ ਵੀ ਸੁਣਦੇ ਆ ਨਾ, ਕਾਫੀ ਲੋਕ ਭਾਵੁਕ ਹੋ ਜਾਂਦੇ ਆ। ਗੱਲ ਨੂੰ ਸਮਝਣਾ ਪੈਣਾ। ਇਹ ਗੱਲ ਨੂੰ ਸਮਝਣਾ ਪੈਣਾ ਕਿ ਬਈ ਜੇ ਜਿਹੜਾ ਬੰਦਾ ਖਾਲਿਸਤਾਨ ਦੀ ਗੱਲ ਕਰਦਾ, ਲੋਕ ਕਹਿੰਦੇ ਵੀ ਇਹ ਬੰਦਾ ਵਧੀਆ ਯਾਰ, ਦੂਜੇ ਤਾਂ ਐਵੇਂ ਨੇ, ਡਰਦੇ ਨਹੀਂ। ਦੋਸਤੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇਹ ਜਿਹੜਾ ਮਸਲਾ ਹੈ 3 ਬਿੱਲਾਂ ਦਾ ਮਸਲਾ ਹੈ ਕਿਸਾਨੀ। ਜੇ ਇਹ ਨਾ ਆਪਾਂ ਵਾਪਸ ਕਰਾ ਸਕੇ, ਜੇ ਇਹ ਜੰਗ ਹਾਰ ਗਏ, ਆਪਾਂ ਗੁਲਾਮ ਆ। ਜੇ ਇਹ ਜੰਗ ਜਿੱਤ ਗਏ ਤਾਂ ਅਸੀਂ ਅਗਲੀਆਂ ਜਿਹੜੇ ਸਾਡੇ ਮਸਲੇ ਹੋਰ ਆ, ਲੋਕਾਂ 'ਚ ਜੋਸ਼ ਆਊਗਾ, ਵਿਸ਼ਵਾਸ ਬਣ ਜੂਗਾ ਇਸ ਮੋਰਚੇ ਤੋਂ, ਇਸ ਸੰਘਰਸ਼ ਵਾਲੇ ਇਹਨਾਂ ਲੋਕਾਂ 'ਤੇ। ਤਾਂ ਅਸੀਂ ਪਾਣੀਆਂ ਦਾ, ਬੋਲੀ ਦਾ, ਚੰਡੀਗੜ੍ਹ ਦਾ, ਸਾਡੇ ਅਧਿਕਾਰਾਂ ਦਾ ਅਸੀਂ ਉਹ ਵੀ ਜਿੱਤ ਲਾਂਗੇ। ਕਿਉਂਕਿ ਇੱਕ ਜੋਸ਼ ਮਿਲਣਾ, ਇੱਕ ਹੌਸਲਾ ਹੋ ਜਾਊਗਾ ਵੀ ਇੱਕ ਜੰਗ ਜਿੱਤ ਗਈ, ਰਲ ਕੇ ਅਸੀਂ
ਅਗਲੀ ਵੀ ਜਿੱਤ ਸਕਦੇ ਆ, ਹਨਾ। ਇਹ ਖਾਲਿਸਤਾਨ ਦੇ ਇਹਦੇ ਕੀ ਹੁੰਦਾ ਕਿ ਤੁਹਾਨੂੰ ਏਜੰਸੀਆਂ ਤਾਂ ਪਹਿਲਾਂ ਹੀ ਚਾਹੁੰਦੀਆਂ ਨੇ ਕਿ ਬੋਲਣ। ਅਸੀਂ ਕਹੀਏ ਵੀ ਆਹ ਦੇਖੋ ਜੀ, ਇਹ ਤਾਂ ਵੱਖਵਾਦੀ ਬੰਦੇ ਨੇ, ਇਹ ਤਾਂ ਬੰਦੇ ਮਤਲਬ ਆਪਣੀ ਅਲੱਗ ਏਜੰਡਾ ਚੱਲਦਾ ਇਹਨਾਂ ਦਾ ਕਿ ਇੱਥੇ ਤਾਂ ਐਮਰਜੈਂਸੀ ਲਾ ਦਿਓ। ਐਮਰਜੈਂਸੀ ਲਾਤੀ, ਇੱਥੇ ਫੌਜ ਆ ਗਈ, ਸਭ ਕੁਝ ਭੰਗ ਕਰਤਾ, ਸਾਡਾ ਤਾਂ ਮੋਰਚਾ ਫੇਲ ਹੈ। ਸਾਡੇ ਤੋਂ ਬਿੱਲ 6 ਮਹੀਨੇ ਸਾਲ ਐਮਰਜੈਂਸੀ ਲੱਗੀ ਰਹੀ, ਉਦੋਂ ਬਾਅਦ ਕਿਵੇਂ ਕੋਈ ਇਹ ਮੋਰਚਾ ਖੜਾ ਇਸ ਤਰ੍ਹਾਂ ਲੋਕ ਹੋ ਜਾਣਗੇ। ਸੋ ਇਹ ਤਾਂ ਕਰਕੇ ਉਹ ਖਾਲਿਸਤਾਨ ਇੱਕ ਅਲੱਗ ਵਿਚਾਰਧਾਰਾ ਹੈ, ਉਹ ਅਲੱਗ ਲੜਾਈ ਹੈ। ਉਹ ਜਿਹੜਾ ਉਹਦੇ ਪੱਖ 'ਚ ਉਹਦੇ ਪੱਖ 'ਚ, ਜਿਹੜਾ ਉਹਦੇ ਲਈ ਉਲਟਾ ਉਹ ਉਲਟਾ ਹੈ। ਇਹ ਹਰ ਬੰਦੇ ਦੀ ਆਪਣੀ ਸਮਝ ਹੈ। ਇਸ ਟਾਈਮ ਅਸੀਂ ਇਹ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਚਾਹੁੰਦੇ ਆ ਕਿ ਇਹ ਲੋਕ ਇਹ ਗੱਲ ਕਰਨ, ਉਹ ਤੇ ਸੈਂਟਰ ਇਹਨੂੰ ਏਜੰਡਾ ਬਣਾ ਕੇ ਕਿ ਆਹ ਦੇਖੋ ਜੀ ਇਹਨਾਂ ਤੇ ਉਹ ਪਾਤਾ 80 ਵਾਲਾ ਫਿਰ ਸਿਆਪਾ, ਐਮਰਜੈਂਸੀ ਲਾਤੀ, ਇਹ ਬਿੱਲ ਉਹਨਾਂ ਨੇ ਜੀ ਸਾਡੇ ਵਾਪਸ ਕਰਨੇ ਨਹੀਂ। ਸੋ ਹੱਥ ਜੋੜ ਕੇ ਬੇਨਤੀ ਹੈ, ਨਾ ਤਾਂ ਅਸੀਂ ਡਰਪੋਕ ਹਾਂ, ਨਾ ਹੀ ਅਸੀਂ ਉਸ ਵਿਚਾਰਧਾਰਾ ਦੇ ਇਸ ਦੇ ਵਿਰੋਧ 'ਚ ਹਾਂ। ਜਿਹੜੀ ਗੱਲ ਹੈਗੀ ਆ ਉਹ ਏਜੰਡਾ ਅਲੱਗ ਹੈ। ਇਹ ਮਸਲਾ ਐਂ ਲਾ ਲਓ, ਜੇ ਇਹ ਜੰਗ ਹਾਰ ਗਏ ਉਹ ਏਜੰਡਾ ਵੀ ਖਤਮ ਹੈ, ਕਿਉਂਕਿ ਆਰਥਿਕ ਤੌਰ ਤੇ ਸਾਨੂੰ ਇੰਨਾ ਕੁ ਮਾਰ ਦੇਣਾ, ਇੰਨੇ ਕੁ ਅਸੀਂ ਦਬੇ ਜਾਣਾ, ਸਾਡੀ ਆਪਦੀ ਰੋਟੀ ਤੋਂ, ਆਪਦਾ ਘਰ, ਆਪਦੇ ਕੱਪੜਿਆਂ ਤੋਂ ਉੱਤੇ ਸੋਚ ਨਹੀਂ ਖੜੀ ਹੋਣੀ, ਉੱਠਣੀ ਨਹੀਂ, ਕਿਉਂਕਿ ਸਾਡੀ ਬੇਸਿਕ ਲੋੜ ਹੀ ਇੰਨੀ ਉਹਨਾਂ ਨੇ ਸਾਨੂੰ ਕਮਜ਼ੋਰ ਕਰ ਦੇਣਾ ਸੀ। ਬਾਕੀ ਸੰਘਰਸ਼ ਛੱਡ ਦਿਓ, ਇਸ ਦਾ ਸਿਰਫ ਇਹ ਹੋਣਾ ਕਿ ਰੋਟੀ ਮਿਲ ਜੇ। ਇਹ ਬਿੱਲਾਂ ਨੇ ਸਾਨੂੰ ਮਾਰਨਾ। ਸੋ ਇਸ ਬਿੱਲ ਦੀ ਲੜਾਈ ਲੜ ਲਈਏ। ਬਾਕੀ ਜਿਹੜੀਆਂ ਵਿਚਾਰਧਾਰਾ ਦੀ ਲੜਾਈ ਹੈ ਉਹ ਲੜੀ ਜਾ ਰਹੀ ਹੈ, ਪਹਿਲਾਂ ਵੀ ਅੱਗੇ ਵੀ ਲੜੀ ਜਾਣੀ ਹੈ, ਉਹਦਾ ਪ੍ਰਣਾਮ ਸਮਾਂ ਦੱਸੂਗਾ। ਪਰ ਇਹ ਸਾਨੂੰ ਆਪਾਂ ਇਹਨਾਂ ਬਿੱਲਾਂ ਤੇ ਲੜ ਲਈਏ ਜੀ। ਰੰਧਾਵਾ ਜੀ, ਜਿਹੜਾ ਪਿੱਠ 'ਚ ਛੁਰਾ ਮਾਰੂਗਾ ਆਪੇ ਲੋਕਾਂ ਨੂੰ ਪਤਾ ਲੱਗ ਜੂਗਾ, ਜੱਗ ਜ਼ਾਹਰ ਹੋ ਜੂਗਾ। ਜੇ ਆਪਾਂ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਹਾਲਾਂਕਿ ਜਿਹੜਾ ਉਹਨਾਂ ਦਾ ਵਿਜ਼ਨ ਉਹਨਾਂ ਦਾ ਜੇ ਆਪਾਂ ਕਹਿ ਦਈਏ ਵੀ ਬਹੁਤ ਡੰਗਾਈ ਦੇ ਵਿੱਚ ਦੇਖਣ ਵਾਲੀ ਚੀਜ਼ ਆ। ਜੇ ਆਪਾਂ ਅੱਜ ਦੀ ਕਾਨਫਰੰਸ ਦੀ ਗੱਲ ਕਰਦੇ ਹਾਂ, ਅੱਜ ਕਾਨਫਰੰਸ ਦੇ ਵਿੱਚ ਹੋਰ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਗਈਆਂ, ਜਿਹੜੀਆਂ ਆਪਾਂ ਕਹਿ ਦਈਏ ਕਿਸਾਨ ਜਥੇਬੰਦੀਆਂ ਵੱਲੋਂ ਬਿਆਨ ਦਿੱਤੇ ਗਏ ਦੀਪ ਦੇ ਖਿਲਾਫ। ਤੁਸੀਂ ਵੀ ਸ਼ੰਭੂ ਗਏ ਹੋ, ਤੁਸੀਂ ਕਿਵੇਂ ਦੇਖਦੇ ਹੋ ਉਹ ਤਸਵੀਰ ਨੂੰ? ਤੁਸੀਂ ਕਿਵੇਂ ਦੇਖ ਰਹੇ ਹੋ? ਤੇ ਜਿਹੜਾ ਅੱਜ ਉਹ ਸ਼ੰਭੂ ਮੋਰਚਾ ਲਾਈ ਬੈਠਾ ਗਾ ਦੀਪ ਸਿੱਧੂ, ਉਸ ਤਸਵੀਰ ਨੂੰ ਕਿਵੇਂ ਦੇਖ ਰਹੇ ਹੋ? ਜਿਹੜੀਆਂ ਕਿਸਾਨ ਯੂਨੀਅਨ ਆਪਣੇ ਥਾਂ ਤੇ ਉੱਤੇ ਕੰਮ ਕਰ ਰਹੀਆਂ, ਇਸ ਨੂੰ ਕਿਵੇਂ ਦੇਖ ਰਹੇ ਹੋ? ਲੜਾਈ ਇੱਕ ਆ ਬਈ, ਆਪਾਂ ਕਿਸੇ ਕਿਆਰੇ ਨੂੰ ਪਾਣੀ ਲਾਉਣਾਗਾ, ਬੇਸ਼ੱਕ ਦੂਜੇ ਖਾਲ ਵਿੱਚ ਦੀ ਲਿਆਓ, ਬੇਸ਼ੱਕ ਸਿੱਧੇ ਵਿੱਚ ਦੀ ਲਿਆਓ, ਬੇਸ਼ੱਕ ਬਿੰਗ ਪਾ ਕੇ ਲਿਆਓ, ਡਿੱਗਣਾ ਤਾਂ ਉਹਨੇ ਝੋਨੇ 'ਚ ਹੁੰਦਾ, ਉੱਥੇ ਹੀ ਹੁੰਦਾਗਾ। ਲੜ ਦੀਪ ਵੀ ਉਸੇ ਮੁੱਦੇ 'ਤੇ ਹੀ ਰਿਹਾ, ਭਰਾ ਹੀ ਆਪਣਾ। ਜੇ ਮੰਨ ਲਓ ਕਿਸੇ ਰਾਹ ਤੋਂ ਉਹ ਅੱਡ ਹੋ ਗਿਆ, ਉਹਦੇ ਵਿਚਾਰ ਅੱਡ ਆ, ਅਸੀਂ ਤਾਂ ਇਹ ਕੋਸ਼ਿਸ਼ ਕਰਾਂਗੇ ਜਿਹੜੇ ਹਿਸਾਬ ਨਾਲ ਪੰਜਾਬ ਦੀ ਹੋਂਦ ਦੀ ਲੜਾਈ ਹੈ ਵੀ ਉਹ ਆਪਦੇ ਘਰ ਹੀ ਪਰਤੇ ਆਵੇ, ਲੋੜ ਹੀ ਨਹੀਂ। ਕਾਰਨ ਇਹ ਆ ਵੀ ਮੈਂ ਨਹੀਂ ਚਾਹੁੰਦਾ ਕਿ ਵੀ ਆਪਾਂ ਲੜਾ ਦਈਏ ਉਸ ਵਿੱਚ। ਹੁਣ ਤਾਂ ਟਾਈਮ ਹੀ ਨਹੀਂ ਰਿਹਾ, ਹੁਣ ਤਾਂ ਹੋਂਦ ਦੀ ਲੜਾਈ ਆ, ਪੰਜਾਬ ਖਤਮ ਹੋਣ ਨੂੰ ਆ, ਉੱਜੜਨ ਨੂੰ ਸਿਸਟਮ ਹੋ ਗਿਆ, ਹੁਣ ਲੜ ਕੇ ਹੀ ਕਰਾਂਗੇ। ਇਹ ਤਾਂ ਲੜਾਈਆਂ ਲੜੂਈਆਂ ਉਦੋਂ ਚੰਗੀਆਂ ਲੱਗਦੀਆਂ ਜਦੋਂ ਆਪਣੇ ਚੁੱਲ੍ਹੇ 'ਚ ਅੱਗ ਹੋਵੇ, ਆਪਣੇ ਤਾਂ ਰੋਟੀ ਪੱਕਣੀ ਮੁਸ਼ਕਲ ਹੋ ਜਾਊਗੀ ਜੇ ਬਿੱਲ ਨਾ ਵਾਪਸ ਹੋਏ। ਮੈਂ ਨਹੀਂ ਕਹਿਣਾ ਚਾਹੁੰਦਾ ਵੀ ਆਪਾਂ ਉਹਦੇ ਨਾਲ ਲੜੀਏ ਜਾਂ ਕੀ ਕਰੀਏ। ਮੈਂ ਤਾਂ ਐਂ ਕਹਿੰਦਾ ਵੀ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਪਈਏ। ਜੀ ਰਤਨ ਵੀਰੇ, ਮੈਂ ਇਹਦਾ ਨਾ ਮੈਂ ਜਵਾਬ ਦੇਣਾ ਚਾਹੁੰਦਾ ਦੀਪ ਵੀਰੇ ਨੂੰ ਵੀ, ਉਹ ਜਿਹੜੇ ਉਹਨਾਂ ਦੇ ਨਾਲ ਦੋਸਤ ਉਹਨਾਂ ਨੂੰ ਵੀ। ਦੀਪ ਵੀਰੇ ਨੇ ਇੱਕ ਇਹ ਗੱਲ ਕਹੀ ਹੈ ਕਿ ਲੜਾਈ ਇਕੱਲੇ ਬਿੱਲਾਂ ਦੀ ਨਹੀਂ, ਵੀ ਉਹ ਹੋਂਦ ਜਿਹੜੀ ਆਪਾਂ ਕਹਿੰਦੇ ਵੀ ਉਹ ਜਿਹੜੀ ਉਹ ਹੋਰ ਲੜਾਈ ਦੀ ਗੱਲ ਕਰਦੇ ਆ, ਪਾਣੀਆਂ ਦੇ, ਬੋਲੀ ਦਾ, ਸਾਡੇ ਅਧਿਕਾਰਾਂ ਦੀ, ਹੈ ਨਾ। ਦੇਖੋ ਬਾਈ ਜੀ, ਜਦੋਂ ਆਪਾਂ ਨੂੰ ਕਿਸੇ ਬੰਦੇ ਨੂੰ ਕੈਂਸਰ ਹੈ, ਡਾਕਟਰ ਦਾ ਇਲਾਜ ਕਰ ਰਿਹਾ, ਉਹ ਬੰਦਾ ਸੜਕ ਤੇ ਜਾ ਰਿਹਾ, ਉਹਦਾ ਐਕਸੀਡੈਂਟ ਹੋ ਗਿਆ, ਉਹਦਾ ਵੱਢੀ ਗਈ ਬਾਂਹ, ਆਪਾਂ ਜਾਣ ਸਰ ਡਾਕਟਰ ਇਹ ਕਹੂਗਾ ਕਿ ਨਹੀਂ ਵੀ ਮੈਂ ਤਾਂ ਕੈਂਸਰ ਦਾ ਜਿਹੜਾ ਇਲਾਜ ਉਹ ਚੱਲਿਆ, ਜ਼ਖਮ ਖੂਨ ਵਗਣ ਦਿਓ, ਪਹਿਲਾਂ ਉਹਦਾ ਖੂਨ ਰੋਕੂਗਾ, ਉਹ ਜ਼ਖਮ ਨੂੰ ਠੀਕ ਕਰੂਗਾ, ਤਾਂ ਨਹੀਂ ਤਾਂ ਕਿਉਂਕਿ ਇਹ ਜ਼ਖਮ ਵੱਡੇ ਤੋਂ ਤਾਂ ਬੰਦਾ ਮਰਨਾ ਤੈਅ ਆ, ਕਿਉਂਕਿ ਜੇ ਖੂਨ ਹੀ ਵਗ ਗਿਆ, ਉਹ ਖੂਨ ਰੋਕੂਗਾ, ਜ਼ਖਮ ਜਿਹੜਾ ਤਾਜ਼ਾ ਉਹਨੂੰ ਰੋਕੂਗਾ। ਜਿਹੜੀ ਕੈਂਸਰ ਵਾਲੀ ਬਿਮਾਰੀ ਹੈ ਉਹਦਾ ਇਲਾਜ ਤਾਂ ਚੱਲ ਰਿਹਾ, ਪਰ ਹੁਣ ਇਹ ਜਿਹੜਾ ਕਾਨੂੰਨ ਹੈ ਇਹ ਡੈਥ ਵਾਰੰਟ ਹੈ ਕਿਸਾਨੀ ਦਾ, ਪੰਜਾਬ ਦਾ। ਇਹ ਤਾਜ਼ਾ ਉਹ ਐਕਸੀਡੈਂਟ ਵਾਲਾ ਜ਼ਖਮ ਹੈ, ਇਹ ਖੂਨ ਵਗ ਰਿਹਾ, ਇਹਨੂੰ ਰੋਕਣਾ ਪੈਣਾ, ਪੱਟੀ ਬੰਨਣੀ ਪੈਣੀ ਹੈ। ਜਦੋਂ ਇਹ ਜ਼ਖਮ ਠੀਕ ਹੋ ਗਿਆ, ਕੈਂਸਰ ਵਾਲੀ ਲੜਾਈ ਨਾਲ ਤਾਂ ਪਹਿਲਾਂ ਵੀ ਸੰਘਰਸ਼ ਚੱਲ ਰਹੇ ਨੇ, ਪਰ ਉਸ ਲੈਵਲ ਤੇ ਨਹੀਂ ਸੀ। ਜਦੋਂ ਇਹ ਲੜਾਈ ਜਿੱਤ ਗਈ ਤਾਂ ਸੰਘਰਸ਼ ਨਾਲ ਲੋਕਾਂ ਦਾ ਜੋਸ਼ ਆਊਗਾ, ਲੋਕਾਂ ਦਾ ਹੌਸਲਾ ਹੋਊਗਾ। ਇਹ ਲੜਾਈ ਨੂੰ ਅਸੀਂ ਵੱਡੇ ਲੈਵਲ ਤੇ, ਜਿਹੜੀ ਪੁਰਾਣੀ ਲੜਾਈ ਨੂੰ ਇਕੱਠੇ ਹੋ ਕੇ ਜਿੱਤ ਲਾਂਗੇ। ਰੰਧਾਵੇ ਬਾਈ, ਜੇ ਮੈਂ ਜਸ ਬਾਈ ਨੂੰ ਵੀ ਪ੍ਰਸ਼ਨ ਕਰਿਆ ਸੀਗਾ ਵੀ ਕਿਤੇ ਨਾ ਕਿਤੇ ਵਿਚਾਰਕ ਮਤਭੇਦ ਹੋ ਸਕਦੇ ਆ, ਇੱਕ ਟੇਬਲ ਤੇ ਹੁਣ ਵੀ ਆ ਸਕਦੇ ਹੋ, ਗੱਲਬਾਤ ਬਾਈ ਦੀਪ ਨਾਲ ਹੋਈ ਹੈ, ਕੋਈ ਹੋ ਸਕਦਾ ਕੋਈ ਮਿਸਅੰਡਰਸਟੈਂਡਿੰਗ ਵੀ ਰਹਿ ਗਈ ਹੋਵੇ, ਕੋਈ ਇਹ ਗੱਲਬਾਤ ਹੈਗੀ ਆ, ਹੁਣ ਗੱਲਬਾਤ ਚੱਲ ਰਹੀ ਹੈ ਉਧਰ? ਜਸ ਬਾਈ ਨੇ ਕਿਹਾ ਵੀ ਆਉਣ ਵਾਲੀ ਮੀਟਿੰਗ 'ਚ ਅਸੀਂ ਇਕੱਠੇ ਮੰਨ ਲਓ ਹੋਣ ਦੀ ਸੰਭਾਵਨਾ ਵਧੀਆ ਗੱਲ ਹੈ। ਜੇ ਜਸ ਬਾਈ ਦੀ ਗੱਲ ਚੱਲ ਰਹੀ ਆ, ਆਪਣਾ ਕੋਈ ਯਾਰ ਉਹਦੇ ਨਾਲ ਨਿੱਜੀ ਰੌਲਾ ਤਾਂ ਹੈ ਨਹੀਂ, ਆਪਾਂ ਸਾਰੇ ਪੰਜਾਬ ਲਈ ਲੜ ਰਹੇ ਹਾਂ। ਮੈਂ ਤਾਂ ਐਂ ਕਹਿੰਦਾ ਵੀ ਇਕੱਠੇ ਹੋ ਜਾਣ। ਜਿਵੇਂ ਬਾਈ ਨੇ ਕਿਹਾ ਹੈਗਾ
ਵੀ ਜਿਹੜੀਆਂ ਪਾਣੀ ਦੀ ਲੜਾਈ ਆ, ਹੋਰ ਸਾਰੀ ਲੜਾਈਆਂ ਉਹ ਲੜ ਲਾਂਗੇ, ਉਹਦੇ ਨਾਲ ਲੜਨ ਨੂੰ ਤਿਆਰ ਆ। ਪਹਿਲਾਂ ਯਾਰ ਇਹਦਾ ਹੱਲ ਕੱਢ ਲਈਏ। ਇਹ ਸਾਰਿਆਂ ਨੂੰ ਭੈੜੀ ਚੀਜ਼ ਆ। ਜੇ ਆਪਣੀ ਕਿਸਾਨੀ ਖਤਮ ਹੋ ਗਈ, ਆਪਣਾ ਪੰਜਾਬ ਹੀ ਉਹ ਜੁੜ ਜੂ। ਅਸੀਂ ਜ਼ਮੀਨਾਂ ਕਰਕੇ ਇੱਥੇ ਬੈਠੇ ਹਾਂ, ਜਦੋਂ ਜ਼ਮੀਨਾਂ ਰਹੀਆਂ ਇੱਥੋਂ ਤੁਰ ਜਾਵਾਂਗੇ, ਕੋਈ ਦਿੱਲੀ ਵਗ ਜੂ, ਕੋਈ ਹਿਮਾਚਲ ਵਗ ਜੂ, ਕੋਈ ਕਿੱਥੇ ਵਗ ਜੂ, ਕੋਈ ਕਿੱਥੇ। ਆਪਣੀ ਬੋਲੀ ਜਾਊਗੀ, ਸੱਭਿਆਚਾਰ ਜਾਊ, ਕੋਈ ਕਬੱਡੀ ਟੂਰਨਾਮੈਂਟ ਨਹੀਂ ਹੋਣੇ, ਕੋਈ ਖਾੜੇ ਨਹੀਂ ਲੱਗਣੇ, ਸੱਭਿਆਚਾਰ ਸਾਰਾ ਸਿਸਟਮ ਹੀ ਖਤਮ ਹੋ ਜਾਣਾਗਾ। ਪਹਿਲਾਂ ਸਾਰਿਆਂ ਨੂੰ ਲੜਾਈ ਹੈਗੀ ਆ ਖਰੀਦ ਦੀ। ਖਰੀਦ ਨਹੀਂ ਇਕੱਲੀ ਖਰੀਦ ਤਾਂ ਇਹਨੇ MSP ਦੇ ਲੜੀ ਜਾਂਦੇ ਆ। ਤਿੰਨੇ ਬਿੱਲਾਂ ਜੇ ਆਪਾਂ ਪੜ੍ਹ ਕੇ ਦੇਖੀਏ, ਸਣੇ ਮੋਟਰਾਂ ਦੇ ਜਿਹੜੇ ਬਿੱਲ ਆ ਉਹ ਵੀ ਲਾਤੇ ਇਹਨਾਂ ਨੇ, ਖਤਮ ਹੀ ਕਰਤਾ ਯਾਰ। ਫੜ ਕੇ ਕਿਸਾਨੀ ਨੂੰ ਛੱਡੇ ਹੀ ਨਹੀਂ। ਇੱਕ ਖੁੱਲੀ ਮੰਡੀ ਵੀ ਗਲਤ ਆ। ਐਂ ਤਾਂ ਫਿਰ ਮੇਰੇ ਵਰਗਾ ਚੱਕ ਕੇ ਇੱਥੋਂ ਕਣਕ ਕਿਤੇ ਹੋਰ ਵੇਚਣ ਵਗ ਜੂ, ਜੇ ਮੰਨ ਲਓ ਸਰਕਾਰੀ ਖਰੀਦ ਦੇਤੀ ਤੇ ਉਹ ਆੜਤੀ ਚੱਕੂਗਾ ਯਾਰ। ਇਹਨੇ ਰਾਮਪੁਰੇ ਸਿੱਟਣੀ ਸੀਗੀ ਜਾਂ ਬਠਿੰਡੇ ਸਿੱਟਣੀ ਸੀ, ਬਰਨਾਲੇ ਸਿੱਟਤੀ, ਉਹ ਆੜਤੀ ਨਾਲ ਵੀ ਸੰਬੰਧ ਖਰਾਬ ਹੋਣਗੇ। ਆੜਤੀ ਨਾਲ ਜਿਹੜੇ ਸੰਬੰਧ ਆ ਜ਼ਿਮੀਂਦਾਰ ਦੇ, ਉਹ ਬਹੁਤ ਨੇੜਤਾ ਵਾਲੇ ਆ, ਕਿਉਂਕਿ ਰਾਤ ਨੂੰ ਥੋੜਾ ਬੈਂਕ ਖੁੱਲ੍ਹਦੀ ਹੈ ਜੇ ਜ਼ਿਮੀਂਦਾਰ ਦਾ ਮਰੀਜ਼ ਬਿਮਾਰ ਹੋ ਜੇ। ਉਹ ਆੜਤੀ ਦੇ ਕੋਲ ਹੀ ਜਾਂਦੇ ਆਪਾਂ। ਆੜਤੀ ਵੀ ਨਾਲ ਆ, ਜ਼ਿਮੀਂਦਾਰ ਵੀ ਨਾਲ ਆ, ਅਸੀਂ ਇੱਕ ਆ। ਇਸ ਲਈ ਬਈ ਬੇਨਤੀ ਆ ਵੀ ਸਾਰੇ ਇਕੱਠੇ ਹੋ ਜਾਓ ਯਾਰ। ਆਪਣੀ ਲੜਾਈ ਸਾਰਿਆਂ ਨੂੰ ਪਹਿਲਾਂ ਇਹਨਾਂ ਦੀ ਖੇਤੀ ਬਿੱਲਾਂ ਦੀ ਆ, ਬਾਕੀ ਆਪਾਂ ਲੜੀ ਜਾਵਾਂਗੇ ਬਾਅਦ 'ਚ। ਕੁਝ ਲੋਕ ਇਹ ਭਰਮੇ ਪਰ ਇਹ ਵੀ ਏਜੰਡਾ ਚਲਾਇਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਇਕੱਲੀ MSP ਦੀ ਗੱਲ ਨਹੀਂ ਕਰ ਰਹੇ। ਕਿਸਾਨ ਜਥੇਬੰਦੀ ਬਿੱਲ ਵਾਪਸ ਦੀ ਗੱਲ ਕਰੀਏ, ਇਕੱਲੀ MS ਨਹੀਂ, ਕਿਉਂਕਿ 5-6 ਅਮੈਂਡਮੈਂਟਸ ਨੇ ਔਰ 5-6 ਅਮੈਂਡਮੈਂਟਸ ਨਹੀਂ ਕਰਨਗੀ ਸਰਕਾਰ, ਤਾਂ ਉਹਦੇ ਲਈ ਤਾਂ ਬਿੱਲ ਵਾਪਸ ਹੀ ਕਰਨੇ ਪੈਣੇ। ਔਰ ਕਿਸਾਨ ਜਥੇਬੰਦੀਆਂ ਲੋਕਾਂ ਵੱਲੋਂ ਸਿਰਫ ਕਿਸਾਨ ਬਿੱਲ ਵਾਪਸ ਦੀ ਗੱਲ ਹੋ ਰਹੀ ਹੈ, ਕਿਸੇ MSP ਦੀ ਗੱਲ ਨਹੀਂ। MSP ਤਾਂ ਖੁਦ BJP ਕਹਿ ਰਹੀ ਹੈ, ਕਿਸਾਨ ਜਥੇਬੰਦੀਆਂ ਨਹੀਂ ਕਹਿ ਰਹੀਆਂ। ਨਾਲੇ ਵੀਰੇ ਜੇ ਆਪਾਂ ਬੋਲੀ ਲਈ, ਆਪਾਂ ਪਾਣੀ ਦੀ ਆਪਾਂ ਕਾਹਦੀ ਲੜੇ ਕਿਉਂ ਲੜਦੇ ਹਾਂ? ਖੇਤੀ ਵਾਸਤੇ ਹੈ ਨਾ, ਸਾਡੀ ਜ਼ਮੀਨ ਵਾਸਤੇ। ਜੇ ਜ਼ਮੀਨ ਹੀ ਰਹੂ ਤਾਂ ਪਾਣੀ ਦਾ ਕੀ ਕਰਨਾ ਹੈ? ਫਿਰ ਜਿਹੜੀ ਬੋਲੀ ਆ, ਜਦੋਂ ਹੁਣ ਆਪਣੇ ਖੇਤਾਂ 'ਚ ਹੀ ਆਪਣੇ ਕਿਸਾਨ ਨੂੰ ਹੀ ਕੱਢਤਾ, ਜਦੋਂ ਆਪਣੇ ਲੋਕ ਇੱਥੋਂ UP ਬਿਹਾਰ ਜਾਂ ਦਿੱਲੀ ਵਰਗੇ ਸ਼ਹਿਰਾਂ 'ਚ ਦਿਹਾੜੀ ਕਰਨ ਚੱਲ ਗਿਆ ਮਜ਼ਦੂਰ, ਜਦੋਂ ਇੱਥੇ ਕੋਈ ਛੱਡਿਆ ਹੀ ਨਾ, ਤਾਂ ਆਪਣੀ ਬੋਲੀ ਵੀ ਮਰ ਜੂ। ਕਿਉਂਕਿ ਉੱਥੇ ਜਾ ਕੇ ਆਪਾਂ ਜਿਵੇਂ ਭਈਏ ਇੱਥੇ ਆ ਕੇ ਧਾਰਾ ਮਾਰਾ ਕਰਦੇ ਆ ਨਾ, ਉਹ ਹਿੰਦੀ ਬੋਲਦੇ ਆ, ਨਾ ਪੰਜਾਬੀ ਨਾ ਭੋਜਪੁਰੀ, ਹਮ ਆਈ ਥੀ ਗਾਈ ਥੀ ਚਾਹੀਦੀ ਕਰਦੇ ਆ। ਇਵੇਂ ਜਦੋਂ ਸਾਡੇ ਵਾਲੇ ਬੰਦੇ ਇੱਥੋਂ ਪੰਜਾਬੀ ਬੋਲਣੇ ਦਿੱਲੀ ਬਿਹਾਰ ਜਾਣਗੇ, ਤਾਂ ਉਹ ਆਪਣੀ ਪੰਜਾਬੀ ਨਹੀਂ ਬੋਲਣਗੇ, ਨਾ ਉਹ ਹਿੰਦੀ ਸਿੱਖਣਗੇ, ਨਾ ਪੰਜਾਬੀ, ਨਾ ਭੋਜਪੁਰੀ, ਨਾ ਕੋਈ ਉਰਦੂ, ਨਾ ਬੰਗਾਲੀ, ਨਾ ਤਾਮਿਲ, ਨਾ ਕੰਨੜ। ਤਾਂ ਜਦੋਂ ਸਾਨੂੰ ਖੇਤਾਂ 'ਚੋਂ ਕੱਢ ਗਿਆ, ਸਾਡੀ ਬੋਲੀ ਵੀ ਮਰ ਗਈ। ਜੇ ਸਾਨੂੰ ਖੇਤਾਂ 'ਚੋਂ ਕੱਢਦੇ, ਅਸੀਂ ਪਾਣੀ ਕੀ ਕਰਨਾ? ਤਾਂ ਸਭ ਤੋਂ ਪਹਿਲਾਂ ਲੜਾਈ ਇਹ ਸਾਡੀ ਜ਼ਮੀਨ ਦੀ, ਇਹ ਬਿੱਲਾਂ ਦੇ ਵਿਰੋਧ ਦੀ ਹੈ। ਬਿੱਲ ਵਾਪਸ ਕਰਾਉਣੀ ਹੈ, ਕਿਉਂਕਿ ਸਾਡੀ ਅੱਜ ਹੋਂਦ ਦੀ ਜ਼ਮੀਨ ਦੀ ਮਿੱਟੀ ਦੀ ਗੱਲ ਹੈ। ਜਦੋਂ ਇਹ ਜਿੱਤ ਗਏ, ਫਿਰ ਦੂਜਾ ਤਾਂ ਸੰਘਰਸ਼ ਜਦੋਂ ਪਹਿਲਾਂ ਵੀ ਹੌਲੀ ਹੌਲੀ ਚੱਲ ਰਿਹਾ, ਹੁਣ ਉਹ ਫਿਰ ਤੇਜ਼ ਹੋ ਜਾਣਗੇ, ਕਿਉਂਕਿ ਹੁਣ ਲੋਕ ਇਸ ਤੋਂ ਅਵੇਅਰ ਹੋ ਰਹੇ ਆ। ਪਹਿਲਾਂ ਕਦੇ ਯੂਥ ਦੇਖਿਆ ਸੀ ਧਰਨਿਆਂ 'ਚ, ਬਜ਼ੁਰਗ ਹੁੰਦੇ ਸੀ, ਅੱਜ ਯੂਥ ਆਇਆ, ਕਿਉਂਕਿ ਜਦੋਂ ਪਤਾ ਲੱਗਿਆ ਵੀ ਇਹ ਤਾਂ ਮਸਲਾ ਹੀ ਰੋਟੀ ਦੇ ਆ ਗਿਆ। ਸੋ ਇਸ ਲਈ ਪਹਿਲਾਂ ਇਹ ਲੜਾਈ ਜਿੱਤਣੀ ਪੈਣੀ ਆ, ਇਕੱਲੀ ਲੜਨੀ ਨਹੀਂ, ਜਿੱਤਣੀ ਪੈਣੀ ਆ, ਨਹੀਂ ਤਾਂ ਖਤਮ ਆ ਪੰਜਾਬ। ਜੀ ਗੱਲ ਬਾਈ, ਇੱਕ ਜਾਂਦੇ ਜਾਂਦੇ ਹੋਰ ਸਵਾਲ ਆਉਂਦਾ, ਤੁਹਾਨੂੰ ਦੋਨਾਂ ਨੂੰ ਹੀ ਸਵਾਲ ਆ। ਥੱਲੇ ਬੜੇ ਸਾਰੇ ਕਮੈਂਟ ਵੀ ਆਉਣੇ ਆ, ਕਿਉਂਕਿ ਬੋਲਣਾ, ਭਾਸ਼ਣ ਦੇਣੇ, ਧਰਨਿਆਂ 'ਤੇ ਜਾਣਾਗਾ, ਬੜੀਆਂ ਚੀਜ਼ਾਂ ਦੇ ਨਾਲ ਯੂਥ ਇਹਨੂੰ ਦੇਖਦਾ ਗਾ। ਹਰ ਇੱਕ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ, ਹਰ ਇੱਕ ਦਾ ਨਜ਼ਰੀਆ ਇੱਕੋ ਜਿਹਾ ਨਹੀਂ ਹੁੰਦਾ। ਜਿਹੜੇ ਇਹੋ ਜਿਹੇ ਕਮੈਂਟ ਵੀ ਆਉਂਦੇ ਆ ਵੀ ਹੁਣ ਕਲਾਕਾਰ ਆ ਰਹੇ ਆ, ਆਫ ਸੀਜ਼ਨ ਜਾਂ ਚੱਲੀ ਜਾਂਦਾ ਗਾ, ਥੋੜ੍ਹਾ ਜਿਹਾ ਫੇਮ ਮਿਲ ਜੂਗਾ, ਸਾਡੇ ਨਾਲ ਹੋਰ ਬੰਦੇ ਜੁੜਨਗੇ, ਪੇਜਾਂ ਦੇ ਲਾਈਕ ਵਧਣਗੇ, ਇਹ ਚੀਜ਼ਾਂ ਵੀ ਆ ਰਹੇ ਨੇ। ਕਿਤੇ ਇਹ ਚੀਜ਼ਾਂ ਬਾਅਦ ਦੇ ਵਿੱਚ ਸੱਚੀਆਂ ਨਾ ਸਾਬਤ ਹੋ ਜਾਣ ਇੱਦਾਂ? ਮੈਨੂੰ ਐਂ ਦੱਸੋ ਬਾਈ ਜੀ, ਸਰੋਤਿਆਂ ਨੂੰ ਮੈਂ ਗੱਲ ਕਰਦਾ, ਇਸ ਲੜਾਈ ਨਾਲ ਸਾਡੇ ਤੇ ਪਰਚੇ ਵੀ ਪੈਣਗੇ। ਐਂ ਲਾ ਲਓ ਜੀ, ਪਰਚਾ ਹੋ ਕੇ 5 ਸਾਲ ਸਾਨੂੰ ਬਾਹਰ ਹੀ ਨਾ ਕੱਢਿਆ, ਸਾਡੀ ਪਾਪੂਲੇਟੀ ਨੂੰ ਕੀ ਕਰਨਾ? ਹੁਣ ਅਸੀਂ ਪੋਲੀਟੀਕਲੀ ਤੌਰ ਤੇ ਵੀ ਵਖਰੇਵੇਂ ਪਾਲੇ। ਹੁਣ ਸਾਨੂੰ ਤਾਂ ਅਕਾਲੀ ਵੀ ਸਾਧੇ ਸੀ, ਕਾਂਗਰਸੀ ਵੀ ਸਾਧੇ ਸੀ, BJP ਵਾਲੇ ਵੀ ਸਾਧੇ ਸੀ, ਆਮ ਆਦਮੀ। ਹੁਣ ਉਹਨਾਂ ਨੇ ਤਾਂ ਸਾਡਾ ਬਾਈਕਾਟ ਹੋਇਆ ਹੀ। ਲਓ ਫਿਰ ਸਾਨੂੰ ਕੌਣ ਸੱਦੂਗਾ? ਤੇ ਕਿਸਾਨ ਜਥੇਬੰਦੀਆਂ ਦਾ ਗਰਾਊਂਡ ਲੈਵਲ ਦੀਆਂ ਕਿਸਾਨ, ਇਹ ਤਾਂ ਪਹਿਲਾਂ ਹੀ ਇਹਨਾਂ ਕਲਾਕਾਰਾਂ ਦਾ ਵਿਰੋਧ ਕਰਦੀਆਂ ਰਹੀਆਂ ਅੱਜ ਤੱਕ। ਖਾੜੇ ਖੁਣੇ ਵਾਲੇ ਮਸਲੇ ਵਿੱਚ ਆਉਂਦੇ ਨਹੀਂ ਇਹ, ਹੈ ਨਾ। ਸਾਨੂੰ ਤਾਂ ਪੋਲੀਟੀਕਲੀ ਲੋਕ ਜਾਂ ਜਿਹੜੇ ਅਰਬਨ ਸ਼ਹਿਰੀ ਲੋਕ ਬੁਲਾਉਂਦੇ ਸੀ। ਅਸੀਂ ਤਾਂ ਇਹ ਚੀਜ਼ ਸਗੋਂ ਆਪਣਾ ਤਾਂ ਮਸ਼ਹੂਰ ਹੋ ਕੇ ਕੀ ਕਰਾਂਗੇ, ਸਾਡਾ ਤਾਂ ਬਿਜ਼ਨਸ ਚੱਲ ਜਾਣਾ। ਪਰ ਇਹ ਬਿਜ਼ਨਸ ਮਸ਼ਹੂਰ ਦੀ ਗੱਲ ਨਹੀਂ, ਹੋਂਦ ਦੀ ਗੱਲ ਹੈ। ਇੱਥੇ ਇਹ ਚੀਜ਼ਾਂ ਤੋਂ ਉੱਤੇ ਉੱਠਣਾ ਪੈਣਾ। ਬਾਈ ਜਿਹੜੀ ਗੱਲ ਬਾਈ ਨੂੰ ਪੁੱਛੀ ਉਹ ਫੇਮ ਵਾਲੀ, ਉਹ ਗੱਲ ਤਾਂ ਨਹੀਂ ਕਿਤੇ ਸੱਚ ਸਾਬਤ ਹੋ ਜੂ ਲੋਕਾਂ ਦੀ? ਨਹੀਂ, ਸੱਚ ਸਾਬਤ ਕੁਛ ਨਹੀਂ ਹੁੰਦਾ। ਪਤਾ ਕੀ ਕਾਰਨ ਆ? ਜੇ ਹੁਣ ਕਲਾਕਾਰ ਬਾਈ ਮੇਰੇ ਨਾਲ ਹੀ ਬੈਠਾਗਾ, ਮੈਨੂੰ ਵੀ ਤੂੰ ਕਲਾਕਾਰੀ ਸਮਝਦਾਂਗਾ ਫਿਲਮਾਂ 'ਚ ਆਇਆ ਜਾਂ ਹੋਰ। ਪਹਿਲਾਂ ਮੈਨੂੰ ਇਹ ਗੱਲ ਦੱਸ ਬਈ, ਇਹਦੇ ਵਾਲੀ ਬਾਈ ਵਾਲੀ ਗੱਲ ਸਹੀ ਹੈ, ਇਹ ਗੋਲੀਆਂ ਖਾਣਗੇ, ਪਰਚੇ ਖਾਣਗੇ, ਇੱਥੇ ਕਿਹੜਾ ਨੂੰ ਕੋਈ ਨਾਂ ਮਿਲ ਰਿਹਾ? ਇਹ ਕਿਉਂ ਲੜ ਰਹੇ ਆ? ਇਹ ਵੀ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ। ਮੇਰੇ ਵਰਗੇ ਦੇ ਦੋ ਟਰਾਲੀਆਂ ਆਮ ਜ਼ਿਮੀਂਦਾਰ ਦੇ, ਮੰਨ ਲਓ ਮੇਰੇ ਵਰਗੇ ਦੇ ਕਣਕ ਦੀਆਂ ਵੱਧ ਹੋ ਜਾਣੀਆਂ, ਝੋਨੇ ਦੀਆਂ, ਆਪਾਂ ਉਹਦੀ ਸਿੰਗਰ ਲਵਾ ਲੈਂਦੇ ਆ, ਜਾਂ ਕਿਸੇ ਦੇ ਮੁੰਡਾ ਹੋਵੇ। ਬਈ ਮੈਂ ਰੋਕਣਾ ਚਾਹੂੰਗਾ, ਜੇ ਆਪਾਂ ਗੱਲ ਕਰਦੇ ਹਾਂ 93-94 ਦੀ, ਉਹ 'ਚ ਵੀ ਇੱਕ ਕਲਾਕਾਰਾਂ ਦਾ ਇਤਿਹਾਸ ਰਿਹਾ। ਸਰਕਾਰ ਨਾਲ ਸੈਟਿੰਗਾਂ ਮੈਟਿੰਗਾਂ ਗਿੱਟ-ਮਿੱਟ ਸਾਰੀ ਚੱਲਦੀ ਸੀਗੀ, ਉਹ ਵੀ ਇੱਕ ਇਤਿਹਾਸ ਰਿਹਾ ਹੈਗਾ ਕਲਾਕਾਰਾਂ ਦਾ। ਉਹਨਾਂ ਦੇ ਵਿੱਚੋਂ ਕੁਝ ਹਜੇ ਵੀ ਬੜੇ ਸੀਨੀਅਰ ਕਲਾਕਾਰ ਆ, ਹੁਣ ਤਾਂ ਬੋਲ ਵੀ ਨਹੀਂ ਰਹੇ, ਪੋਸਟਾਂ ਪਾਉਣ ਤਾਂ ਦੂਰ ਦੀ ਗੱਲ ਆ। ਸੈਟਿੰਗ ਮੈਟਿੰਗ ਕਰਾਉਣਗੀਆਂ, ਜਦੋਂ ਹਟਦੇ ਨਹੀਂ ਇਹ ਵੀ ਕਾਲੀ ਮਾੜੇ ਕਾਂਗਰਸ ਵਾਲੇ ਪਰਚੇ ਪਾਉਣਗੇ। ਤੂੰ ਦੇਖਦਾ ਜਾ, ਇਹ ਸੀਰੀਅਸ ਲੜਾਈ ਲੜ ਰਹੇ ਆ।
ਅਜੇ ਮੈਂ ਬਾਈ ਬੈਠਾ ਪਾਤਾ ਪਰਚੇ ਤੇ 2 ਸਾਲ ਨਹੀਂ ਕੈਨੇਡਾ ਜਾ ਸਕਦਾ। ਅੰਦਰੋਂ ਲੜ ਰਹੇ ਬੰਦੇ ਇਹ। ਕੱਲ ਨੂੰ ਪਤਾ ਨਹੀਂ ਐ ਤਾਂ ਕਲਾਕਾਰਾਂ ਦਾ ਪਤਾ ਵੀ ਨਹੀਂ ਹੁੰਦਾ ਬਦਲ ਜਾਣਾ, ਪਰ ਅੱਜ ਸੀਰੀਅਸ ਲੜਾਈ ਲੜ ਰਹੇ ਆ। ਠੀਕ ਹੈ, ਜਦੋਂ ਇਹ ਅਸੀਂ ਮੈਚ ਜਿੱਤ ਗਏ ਬਾਅਦ 'ਚ ਇਹ ਬਦਲ ਜਾਣ, ਸਾਨੂੰ ਕੋਈ ਚੱਕਰ ਨਹੀਂ। ਅੱਜ ਸਾਡੇ ਨਾਲ ਖੜੇ ਆ। ਮੰਨਦੇ ਹੋ ਕੁਝ ਬੰਦੇ ਇਹੋ ਜਿਹੇ ਵੀ ਹੋਣਗੇ? ਹੋ ਸਕਦੇ ਆ ਬਾਈ, ਕਿਤੇ ਦੁਨੀਆ ਸੱਚੀ ਹੋਈ ਆ ਸਾਰੀ। ਇਹ ਜਿਹੜਾ ਕਣਕ ਹੁੰਦੀ ਆ ਉਹਦੇ 'ਚ ਗੁੱਲੀ ਡੰਡਾ ਆਪ ਹੀ ਉੱਗ ਰਿਹਾ ਹੁੰਦਾ, ਕਿਤੇ ਬੀਜਿਆ ਕਿਸੇ ਨੇ। ਕਲਾਕਾਰਾਂ 'ਚ ਵੀ ਹੋਣਗੇ ਇਹੋ ਜਿਹੇ। ਧੰਨਵਾਦ ਬਾਈ ਜੀ।